ਜਥੇਦਾਰ ਦੇ ਹਥਿਆਰਾਂ ਵਾਲੇ ਬਿਆਨ ਤੇ ਸੀਐਮ ਮਾਨ ਨੇ ਜਤਾਇਆ ਇਤਰਾਜ਼। ਕਿਹਾ ਮਾਡਰਨ ਹਥਿਆਰਾਂ ਦੀ ਨਹੀਂ, ਮਾਡਰਨ ਤਰੱਕੀ ਦੀ ਕਰੀਏ ਗੱਲ। ਘਰ ਘਰ ਹਥਿਆਰ ਨਹੀਂ, ਗੁਰਬਾਣੀ ਪਹੁੰਚਾਉਣ ਦਾ ਦਈਏ ਸੁਨੇਹਾ। ਜਥੇਦਾਰ ਨੇ ਹਰ ਸਿੱਖ ਨੂੰ ਹਥਿਆਰ ਰੱਖਣ ਦੀ ਕੀਤੀ ਹੈ ਅਪੀਲ। ਕੁੱਟਮਾਰ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਬਲਬੀਰ ਸਿੰਘ ਨੂੰ 3 ਸਾਲ ਦੀ ਸਜ਼ਾ। ਜ਼ਮੀਨ ਕਬਜ਼ਾਉਣ ਦਾ ਇਲਜ਼ਾਮ, ਰੋਪੜ ਦੀ ਅਦਾਲਤ ਨੇ ਸੁਣਾਈ ਸਜ਼ਾ। ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਹੋਈ ਮੀਟਿੰਗ ਦੇ ਵਿੱਚ ਬਣੀ ਸਹਿਮਤੀ। ਕਬਜ਼ਾ ਛੁਡਵਾਉਣ ਦੇ ਲਈ ਸਰਕਾਰ। इस न्यूज हेडलाइंस के प्रायोजक वीजा गुरु गौरव तलवार, पे ऑल फी आफ्टर वीजा। ਜਥੇਦਾਰ ਦੇ ਹਥਿਆਰਾਂ ਵਾਲੇ ਬਿਆਨ ਤੇ ਸੀਐਮ ਮਾਨ ਨੇ ਜਤਾਇਆ ਇਤਰਾਜ਼। ਕਿਹਾ ਮਾਡਰਨ ਹਥਿਆਰਾਂ ਦੀ ਨਹੀਂ, ਮਾਡਰਨ ਤਰੱਕੀ ਦੀ ਕਰੀਏ ਗੱਲ। ਘਰ ਘਰ ਹਥਿਆਰ ਨਹੀਂ, ਗੁਰਬਾਣੀ ਪਹੁੰਚਾਉਣ ਦਾ ਦੇਈਏ ਸੁਨੇਹਾ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ। ਕਿਹਾ ਜਥੇਦਾਰ ਦਾ ਬਿਆਨ ਪੰਜਾਬ ਦੀ ਭਾਈਚਾਰਕ ਸਾਂਝ ਲਈ ਖਤਰਨਾਕ। ਪੰਥਕ ਪਾਰਟੀਆਂ ਦੇ ਸਹਿਯੋਗ ਨਾਲ ਸੰਗਰੂਰ ਤੋਂ ਲੋਕ ਸਭਾ ਜ਼ਿਮਨੀ ਚੋਣਾਂ ਲੜਨਗੇ ਸਿਮਰਨਜੀਤ ਸਿੰਘ ਮਾਨ। ਨਿਊਜ਼ 18 ਪੰਜਾਬ ਤੇ ਬੋਲੇ ਅਕਾਲੀ ਦਲ ਅਤੇ ਅਕਾਲੀ ਦਲ ਸੰਯੁਕਤ ਤੋਂ ਵੀ ਮੰਗਾਂਗਾ ਸਹਿਯੋਗ। ਸਰਕਾਰ ਤੇ ਕਿਸਾਨਾਂ ਵਿਚਾਲੇ ਹੋਈ ਮੀਟਿੰਗ 'ਚ ਬਣੀ ਸਹਿਮਤੀ। ਕਬਜ਼ਾ ਛੁਡਵਾਉਣ ਲਈ ਸਰਕਾਰ ਹੁਣ 15 ਦਿਨ ਦਾ ਦੇਵੇਗੀ ਨੋਟਿਸ। ਆਬਾਦਕਾਰਾਂ ਦੀਆਂ ਜ਼ਮੀਨਾਂ ਦੇ ਮਸਲੇ ਵਿਚਾਰਨ ਲਈ ਬਣੇਗੀ ਸਾਂਝੀ ਕਮੇਟੀ। ਬਿਨਾਂ ਖਰਚੇ ਕਬਜ਼ੇ ਛੱਡਣ ਲਈ ਹੁਣ 31 ਮਈ ਦੀ ਥਾਂ 30 ਜੂਨ ਤੱਕ ਦਾ ਸਮਾਂ। ਕੁੱਟਮਾਰ ਦੇ ਮਾਮਲੇ 'ਚ ਆਪ ਵਿਧਾਇਕ ਡਾਕਟਰ ਬਲਬੀਰ ਨੂੰ 3 ਸਾਲ ਦੀ ਸਜ਼ਾ। ਜ਼ਮੀਨ ਕਬਜ਼ਾਉਣ ਦਾ ਇਲਜ਼ਾਮ, ਰੋਪੜ ਦੀ ਅਦਾਲਤ ਨੇ ਸੁਣਾਈ ਸਜ਼ਾ। ਗੋਲੀਆਂ ਨਾਲ ਦਹਿਲਿਆ ਫਿਰੋਜ਼ਪੁਰ ਸ਼ਹਿਰ। ਦਿਨ ਦਿਹਾੜੇ ਨੌਜਵਾਨ ਤੇ ਹਮਲਾ, ਫਿਰ ਦਾਗੀਆਂ ਗੋਲੀਆਂ। ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਮਾਮਲਾ। ਤਪਦੀ ਗਰਮੀ ਤੋਂ ਪੰਜਾਬ 'ਚ ਮਿਲੀ ਰਾਹਤ। ਮੁਕਤਸਰ 'ਚ ਹੋਈ ਭਾਰੀ ਗੜੇਮਾਰੀ। ਕਿਸਾਨਾਂ ਦੀ ਫਸਲ ਦਾ ਹੋਇਆ ਨੁਕਸਾਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਰੌਣਕਾਂ। ਹਰਿਮੰਦਰ ਸਾਹਿਬ ਦੇ ਵਿੱਚ ਕੀਤੀ ਗਈ ਦੀਪਮਾਲਾ ਤੇ ਆਤਿਸ਼ਬਾਜ਼ੀ। ਸਤਿ ਸ਼੍ਰੀ ਅਕਾਲ, ਮੈਂ ਅਰਸ਼ਦੀਪ ਸੰਧੂ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੇ ਨਾਲ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਬਿਆਨ ਤੇ ਸੀਐਮ ਭਗਵੰਤ ਮਾਨ ਨੇ ਸਵਾਲ ਚੁੱਕੇ ਨੇ। ਕਿਹਾ ਹੈ ਕਿ ਹਥਿਆਰਾਂ ਦਾ ਨਹੀਂ, ਗੁਰਬਾਣੀ ਦਾ ਸੁਨੇਹਾ ਦਿਓ। ਮਾਡਰਨ ਤਰੱਕੀ ਦੇ ਸੁਨੇਹੇ ਹੋਣ, ਨਾ ਕਿ ਮਾਡਰਨ ਹਥਿਆਰਾਂ ਦੇ। ਸੀਐਮ ਭਗਵੰਤ ਮਾਨ ਦਾ ਬਿਆਨ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਬਿਆਨ ਤੇ ਸੀਐਮ ਭਗਵੰਤ ਮਾਨ ਨੇ ਸਵਾਲ ਚੁੱਕੇ ਨੇ। ਕਿਹਾ ਹੈ ਕਿ ਹਥਿਆਰਾਂ ਦਾ ਨਹੀਂ, ਗੁਰਬਾਣੀ ਦਾ ਸੁਨੇਹਾ ਦਿਓ। ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਬਿਆਨ ਆਇਆ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸ਼ਸਤਰ ਵਿੱਦਿਆ ਹਰ ਸਿੱਖ ਨੂੰ ਹਾਸਲ ਕਰਨੀ ਚਾਹੀਦੀ ਹੈ। ਨਾਲ ਹੀ ਜਿਹੋ ਜਿਹੇ ਹਾਲਾਤ ਬਣ ਰਹੇ ਨੇ ਉਸ ਦੇ ਮੱਦੇਨਜ਼ਰ ਮਾਡਰਨ ਹਥਿਆਰ ਵੀ ਰੱਖਣ। ਲੀਗਲ ਤਰੀਕੇ ਦੇ ਨਾਲ ਸਾਰੇ ਸਿੱਖ ਮਾਡਰਨ ਹਥਿਆਰ ਰੱਖਣ ਦੇ ਯਤਨ ਕਰਨ। ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਇਹ ਬਿਆਨ ਆਇਆ ਹੈ। ਸੀਐਮ ਭਗਵੰਤ ਮਾਨ ਨੇ ਇਤਰਾਜ਼ ਜਤਾਇਆ ਹੈ ਇਸ ਬਿਆਨ ਦੇ ਉੱਤੇ ਤੇ ਕਿਹਾ ਹੈ ਕਿ ਹਥਿਆਰਾਂ ਦਾ ਨਹੀਂ, ਗੁਰਬਾਣੀ ਦਾ ਸੁਨੇਹਾ ਦਿਓ। ਮਾਡਰਨ ਹਥਿਆਰ ਨਹੀਂ, ਮਾਡਰਨ ਤਰੱਕੀ ਦਾ ਸੁਨੇਹਾ ਦਿਓ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਹਨਾਂ ਨੇ ਲਿਖਿਆ ਹੈ, ਮਾਣਯੋਗ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ, ਤੁਹਾਡਾ ਹਥਿਆਰਾਂ ਵਾਲਾ ਬਿਆਨ ਸੁਣਿਆ। ਜਥੇਦਾਰ ਸਾਹਿਬ ਜੀ, ਤੁਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਨੂੰ ਘਰ ਘਰ ਪਹੁੰਚਾਉਣ ਦਾ ਸੰਦੇਸ਼ ਦਿਓ, ਨਾ ਕਿ ਹਥਿਆਰ ਰੱਖਣ ਦਾ। ਜਥੇਦਾਰ ਸਾਹਿਬ, ਆਪਾਂ ਪੰਜਾਬ ਵਿੱਚ ਸ਼ਾਂਤੀ, ਭਾਈਚਾਰੇ ਅਤੇ ਮਾਡਰਨ ਤਰੱਕੀ ਦੇ ਸੁਨੇਹੇ ਦੇਣੇ ਨੇ, ਨਾ ਕਿ ਮਾਡਰਨ ਹਥਿਆਰਾਂ ਦੇ। ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਸ ਬਿਆਨ ਤੇ ਇਤਰਾਜ਼ ਜਤਾਇਆ ਗਿਆ ਹੈ ਤੇ ਕਿਹਾ ਹੈ ਕਿ ਹਥਿਆਰਾਂ ਦਾ ਨਹੀਂ, ਗੁਰਬਾਣੀ ਦਾ ਸੁਨੇਹਾ ਦਿਓ। ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਦੀ ਮੰਗ ਕਰ ਦਿੱਤੀ ਗਈ ਹੈ। ਰਾਜਾ ਵੜਿੰਗ ਦਾ ਇਹ ਬਿਆਨ ਆਇਆ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਨੂੰ ਹਟਾਇਆ ਜਾਵੇ। ਜਥੇਦਾਰ ਦਾ ਬਿਆਨ ਭਾਈਚਾਰਕ ਸਾਂਝ ਦੇ ਲਈ ਖਤਰਨਾਕ ਹੈ। ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ, ਉਹਨਾਂ ਦੇ ਵੱਲੋਂ ਇਸ ਬਿਆਨ ਤੇ ਇਤਰਾਜ਼ ਜਤਾਇਆ ਗਿਆ ਹੈ ਤੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦੀ ਮੰਗ ਕਰ ਦਿੱਤੀ ਹੈ। ਕਿਹਾ ਹੈ ਕਿ ਜਥੇਦਾਰ ਦਾ ਬਿਆਨ ਭਾਈਚਾਰਕ ਸਾਂਝ ਦੇ ਲਈ ਖਤਰਨਾਕ ਹੈ। ਰਾਜਾ ਵੜਿੰਗ ਦੇ ਵੱਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਹਨਾਂ ਨੇ ਲਿਖਿਆ ਹੈ, ਬਿਨਾਂ ਤੱਥਾਂ ਨੂੰ ਦੱਸੇ ਜਥੇਦਾਰ ਸਾਹਿਬ ਵੱਲੋਂ ਮਾਡਰਨ ਹਥਿਆਰਾਂ ਵਾਲਾ ਦਿੱਤਾ ਗਿਆ ਬਿਆਨ ਸ਼ਰਾਰਤੀ ਹੈ। ਇਹ ਪੰਜਾਬ ਦੀ ਭਾਈਚਾਰਕ ਸਾਂਝ ਲਈ ਖਤਰਨਾਕ ਹੈ। ਜਿਵੇਂ ਇਹ ਸ਼ਰਾਰਤੀ ਤਾਕਤਾਂ ਦੇ ਬੁਲਾਰੇ ਬਣੇ ਹੋਏ ਨੇ।
मैं पंजाब दी शांति लई मंग करदा हां कि इन्हां नूं उच्च अहुदे तो हटाया जावे। राजा वड़िंग पंजाब कांग्रेस दे प्रधान उन्हां दे वल्लों ये बयान आया है। ये ट्वीट उन्हां ने कीता है। क्या है कि बिना तत्थां नूं दस्से जथेदार साहिब दे वल्लों मॉडर्न हथियारां वाला दिता गया बयान शरारती है, पंजाब दी भाईचारक सांझ दे लई खतरनाक है। जिवें ये शरारती ताकतां दे बुलारे बने हुए ने, मैं पंजाब दी शांति दे लई मंग करदा हां कि इन्हां नूं इस उच्च अहुदे तो हटाया जावे। ਤੇ ਹੁਣ ਤੁਹਾਨੂੰ ਜਥੇਦਾਰ ਦੀ ਉਹ ਅਪੀਲ ਵੀ ਸੁਣਾਉਂਦੇ ਹਾਂ ਜਿਸ ਕਾਰਨ ਪੰਜਾਬ ਦਾ ਸਿਆਸੀ ਮਾਹੌਲ ਪੱਖਿਆ ਹੋਇਆ ਹੈ। ਇਸੇ ਤਰ੍ਹਾਂ ਹਰ ਸਿੱਖ ਲਾਇਸੈਂਸੀ ਜਿਹੜੇ ਮਾਡਰਨ ਹਥਿਆਰ ਨੇ ਲੀਗਲ ਤਰੀਕੇ ਦੇ ਨਾਲ ਉਹ ਵੀ ਜਿਹੜਾ ਹੈ ਉਹ ਰੱਖਣ ਦਾ ਹਰ ਸਿੱਖ ਯਤਨ ਜ਼ਰੂਰ ਕਰੇ। ਹਾਲਾਤਾਂ ਨੂੰ ਵੇਖਦੇ ਹੋਏ ਹਰ ਸਿੱਖ ਨੂੰ ਲੀਗਲ ਤਰੀਕੇ ਲਾਇਸੈਂਸੀ ਹਥਿਆਰ ਰੱਖਣੇ ਚਾਹੀਦੇ ਨੇ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਪੀਲ ਇੱਕ ਨਵੀਂ ਬਹਿਸ ਦੀ ਸ਼ੁਰੂਆਤ ਦਾ ਸਬਬ ਬਣ ਗਈ। ਸਭ ਤੋਂ ਪਹਿਲਾਂ ਤੁਹਾਨੂੰ ਜਥੇਦਾਰ ਦਾ ਪੂਰਾ ਬਿਆਨ ਸੁਣਾਉਂਦੇ ਹਾਂ। ਗੱਤਕੇਬਾਜ਼ੀ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਇਹ ਜਿਹੜੀਆਂ ਕਲਾਵਾਂ ਨੇ ਇਹਨਾਂ ਦੇ ਵਿੱਚ ਸੁਸਿੱਖਿਅਤ ਹੋਈਏ ਔਰ ਹਰ ਸਿੱਖ ਲਾਇਸੈਂਸੀ ਜਿਹੜੇ ਮਾਡਰਨ ਹਥਿਆਰ ਨੇ ਲੀਗਲ ਤਰੀਕੇ ਦੇ ਨਾਲ ਉਹ ਵੀ ਜਿਹੜਾ ਹੈ ਉਹ ਰੱਖਣ ਦਾ ਹਰ ਸਿੱਖ ਯਤਨ ਜ਼ਰੂਰ ਕਰੇ। ਜਥੇਦਾਰ ਨੇ ਮੀਰੀ ਪੀਰੀ ਦੇ ਮਾਲਿਕ ਗੁਰੂ ਸਾਹਿਬ ਦੇ ਗੁਰਤਾਗੱਦੀ ਦਿਵਸ ਤੇ ਬਿਆਨ ਦਿੱਤਾ ਤਾਂ ਸਿਆਸੀ ਧਿਰਾਂ ਦਾ ਪ੍ਰਤੀਕਰਮ ਵੱਖਰੇ ਤਰੀਕੇ ਸਾਹਮਣੇ ਆਇਆ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਜਥੇਦਾਰ ਦੇ ਇਸ ਬਿਆਨ ਦੇ ਨਾਲ ਇਤਫਾਕ ਜਤਾਇਆ, ਪਰ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਹੀ ਭਾਈਵਾਲ ਰਹੀ ਭਾਜਪਾ ਨੇ ਸਿੱਧੇ ਤੌਰ ਤੇ ਇਸ ਨੂੰ ਆਪਣੀ ਨੌਕਰੀ ਬਚਾਉਣ ਦੀ ਕੋਸ਼ਿਸ਼ ਕਰਾਰ ਦੇ ਦਿੱਤਾ। ਹਰਿਆਣ ਨੂੰ ਹਮੇਸ਼ਾ ਆਪਣੀ ਰੱਖਿਆ ਵਾਸਤੇ ਜਿਹੜੀ ਹੈ ਮਜ਼ਲੂਮਾਂ ਦੀ ਰੱਖਿਆ ਵਾਸਤੇ, ਕਿਸੇ ਤੇ ਜ਼ੁਲਮ ਹੁੰਦਾ ਉਹਦੇ ਖਿਲਾਫ ਤੇ ਖੜਨ ਦੇ ਵਾਸਤੇ। ਔਰ ਹੁਣ ਵੀ ਜਿਹੜੀ ਸਿੰਘ ਸਾਹਿਬ ਨੇ ਅੱਜ ਦੇ ਹਾਲਾਤ ਦੇ ਵਿੱਚ ਜੋ ਨਸ਼ਿਆਂ ਦੇ ਨਾਲ ਮਾੜੀ ਹਾਲਤ ਹੋ ਚੁੱਕੀ ਹੈ ਸਮਾਜ ਦੇ ਵਿੱਚ ਲਾਅ ਐਂਡ ਆਰਡਰ ਦੀ, ਉਹਦੇ ਵਿੱਚ ਪਹਿਲਾਂ ਤੇ ਉਹਨਾਂ ਨੇ ਸਾਰਿਆਂ ਨੂੰ ਬਾਣੀ ਤੇ ਬਾਣੇ ਦੇ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਹੈ, ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਪ੍ਰੇਰਨਾ ਦਿੱਤੀ ਹੈ ਔਰ ਨਾਲ ਹੀ ਜਿਹੜਾ ਕ੍ਰਾਈਮ ਵੱਧ ਰਿਹਾ ਇਹਦੇ ਵਾਸਤੇ ਜਿਹੜੇ ਹਥਿਆਰਬੰਦ ਲਾਇਸੈਂਸ ਰੱਖਣ ਦੀ ਜਿਹੜੀ ਹੈ ਜਿਹੜਾ ਲਾਇਸੈਂਸਡ ਹਥਿਆਰ ਰੱਖਣ ਦੀ ਜਿਹੜੀ ਗੱਲ ਕਹੀ ਹੈ ਮੈਂ ਸਮਝਦਾ ਸਮੇਂ ਦੇ ਮੁਤਾਬਕ ਰੈਲੀਵੈਂਟ ਹੈ। ਉਹ ਆਪਣੀ ਸਟੇਟਮੈਂਟ ਤੇ ਦੁਬਾਰਾ ਗੌਰ ਕਰਨ। ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਦੇਸ਼ ਦੇ ਹਾਲਾਤ ਖਰਾਬ ਹੋ ਰਹੇ ਆ, ਸੂਬੇ ਦੇ ਹਾਲਾਤ ਖਰਾਬ ਹੋ ਰਹੇ ਆ, ਨਾ ਦੇਸ਼ ਦੇ ਹੋ ਰਹੇ ਆ ਨਾ ਸੂਬੇ ਦੇ ਹੋ ਰਹੇ ਆ, ਪਰ ਇਹਨਾਂ ਗੱਲਾਂ ਨਾਲ ਜ਼ਰੂਰ ਹੋ ਜਾਣਗੇ। ਉਧਰ ਕਾਂਗਰਸ ਨੇ ਇਸ ਬਿਆਨ ਨੂੰ ਕਿਉਂ ਦੇ ਆਧਾਰ ਤੇ ਸਪਸ਼ਟ ਕਰਨ ਦੀ ਮੰਗ ਕੀਤੀ। ਇਸ ਜਗ੍ਹਾ ਤੇ ਬਹਿ ਕੇ ਇਹੋ ਜੀ ਗੱਲ ਕਰਨੀ ਕੋਈ ਬਹੁਤੀ ਵਧੀਆ ਗੱਲ ਨਹੀਂ ਕੀਤੀ ਗਿਆਨੀ ਜੀ ਨੇ, ਬਟ ਉਹ ਹੀ ਦੱਸਣ ਵੀ ਕੀ ਖਤਰਾ ਹੈ, ਕੀ ਐਸੀ ਗੱਲ ਹੈ, ਕੀ ਮਾਡਰਨ ਵੈਪਨਸ ਰੱਖਣ ਦੀ ਲੋੜ ਹੈ। ਸਿਆਸੀ ਅਤੇ ਹੋਰਨਾਂ ਜਥੇਬੰਦੀਆਂ ਦੇ ਵਿਚਾਲੇ ਇਸ ਬਿਆਨ ਨੂੰ ਲੈ ਕੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਉਹਨਾਂ ਦੇ ਜਵਾਬ ਆਉਂਦੇ ਦਿਨਾਂ ਵਿੱਚ ਕਦੋਂ ਤੱਕ ਮਿਲਦੇ ਨੇ, ਇਹ ਸਵਾਲ ਕਾਇਮ। ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਹਥਿਆਰ ਰੱਖਣ ਦੀ ਗੱਲ ਸੁਣਨ ਦੇ ਵਿੱਚ ਜਿੰਨੀ ਜੋਸ਼ੀਲੀ ਹੈ ਉਨਾ ਹੀ ਔਖਾ ਹੈ ਹਥਿਆਰ ਰੱਖਣ ਦਾ ਲਾਇਸੈਂਸ ਹਾਸਲ ਕਰਨਾ ਤੇ ਹਥਿਆਰ ਰੱਖਣਾ। ਸਾਡੇ ਸਹਿਯੋਗੀ ਮਨੋਜ ਰਾਠੀ ਦੀ ਇਹ ਰਿਪੋਰਟ ਵੇਖੋ। ਹਥਿਆਰਾਂ ਦੇ ਸ਼ੋਰੂਮ ਵਿੱਚ ਰੱਖੀਆਂ ਬੰਦੂਕਾਂ ਨੂੰ ਦੇਖ ਕੇ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਆਪਣੇ ਘਰਾਂ ਵਿੱਚ ਇਹਨਾਂ ਹਥਿਆਰਾਂ ਨੂੰ ਰੱਖਣਾ ਬੜਾ ਸੌਖਾ ਹੈ ਤਾਂ ਥੋੜਾ ਠਹਿਰੋ। ਹਥਿਆਰਾਂ ਦੇ ਲਈ ਲਾਇਸੈਂਸ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਸਮਝੀਏ ਤਾਂ ਸਭ ਤੋਂ ਪਹਿਲਾਂ ਡੀਸੀ ਦਫ਼ਤਰ ਦੇ ਵਿੱਚ ਅਰਜ਼ੀ ਦਿੱਤੀ ਜਾਂਦੀ ਹੈ। ਇੱਥੋਂ ਐਸਐਸਪੀ ਦਫ਼ਤਰ ਨੂੰ ਇਹ ਅਰਜ਼ੀ ਭੇਜੀ ਜਾਂਦੀ ਹੈ। ਐਸਐਸਪੀ ਇਹ ਅਰਜ਼ੀ ਡੀਐਸਪੀ ਨੂੰ ਮਾਰਕ ਕਰਦਾ ਹੈ ਤੇ ਡੀਐਸਪੀ ਤੁਹਾਡੇ ਇਲਾਕੇ ਦੇ ਐਸਐਚਓ ਨੂੰ ਭੇਜਦਾ ਹੈ। ਐਸਐਚਓ ਵੈਰੀਫਿਕੇਸ਼ਨ ਕਰਕੇ ਮੁੜ ਐਸਐਸਪੀ ਨੂੰ ਇਹ ਅਰਜ਼ੀ ਭੇਜਦਾ ਹੈ। ਐਸਐਸਪੀ ਦੇ ਕੋਲੋਂ ਫਾਈਲ ਡੀਸੀ ਦਫ਼ਤਰ ਨੂੰ ਜਾਂਦੀ ਹੈ ਤੇ ਫਿਰ ਡੀਸੀ ਤੇ ਨਿਰਭਰ ਕਰਦਾ ਹੈ ਕਿ ਲਾਇਸੈਂਸ ਦੇਣਾ ਵੀ ਹੈ ਜਾਂ ਨਹੀਂ। ਪਹਿਲਾਂ 3 ਸਾਲਾਂ ਦੇ ਲਈ ਲਾਇਸੈਂਸ ਮਿਲਦਾ ਸੀ ਤੇ ਹੁਣ ਇਹ ਮਿਆਦ ਵਧਾ ਕੇ 5 ਸਾਲ ਕਰ ਦਿੱਤੀ ਗਈ ਹੈ। ਪ੍ਰਾਇਮਰੀ ਲਾਇਸੈਂਸ ਜ਼ਿਲ੍ਹਾ ਪੱਧਰ ਦੇ ਲਈ ਦਿੱਤਾ ਜਾਂਦਾ ਹੈ, ਜਦਕਿ ਡੀਸੀ ਦੀ ਸਿਫਾਰਿਸ਼ ਤੇ ਹੀ ਇਸ ਦੇ ਦਾਇਰੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਵਾਧਾ ਕੀਤੇ ਜਾਣ ਤੇ ਸੂਬਾ ਪੱਧਰੀ ਜਾਂ ਕੌਮੀ ਪੱਧਰ ਦਾ ਲਾਇਸੈਂਸ ਕੇਂਦਰੀ ਗ੍ਰਹਿ ਮੰਤਰਾਲਾ ਹੀ ਜਾਰੀ ਕਰਦਾ ਹੈ। ਜੇਕਰ ਇੱਕ ਵਾਰੀ ਇਹ ਲਾਇਸੈਂਸ ਮਿਲ ਵੀ ਜਾਵੇ ਤਾਂ ਵੀ ਸਿੱਧੇ ਹਥਿਆਰਾਂ ਦੇ ਸ਼ੋਰੂਮ ਤੋਂ ਤੁਹਾਨੂੰ ਹਥਿਆਰ ਨਹੀਂ ਮਿਲਣਗੇ। ਸ਼ੋਰੂਮ ਦੇ ਮਾਲਕ ਵੀ ਬਕਾਇਦਾ ਲਾਇਸੈਂਸ ਵਾਲੇ ਸ਼ਖਸ ਨੂੰ ਵੈਰੀਫਾਈ ਕਰਦੇ ਨੇ। सर आजकल सेंट्रल गवर्नमेंट ने एक नडाल दी साइट बनाती है ऑनलाइन वेरिफिकेशन ली, सो उत्ते यूएन नंबर हरेक पर्टिकुलर लाइसेंस दा एक यूनिक नंबर हैगा, उस ते आपां वेरीफाई कर सकते हैं।
ਪਰ ਮਸਲਾ ਸਿਰਫ ਇੱਥੇ ਤੱਕ ਹੀ ਨਹੀਂ, ਹਥਿਆਰਾਂ ਦਾ ਲਾਇਸੈਂਸ ਵੀ ਬਣ ਗਿਆ। ਲਾਇਸੈਂਸ ਲੈ ਕੇ ਤੁਸੀਂ ਸ਼ੋਰੂਮ ਵੀ ਚਲੇ ਗਏ, ਪਰ ਹਥਿਆਰਾਂ ਦੀ ਕੀਮਤ ਅਤੇ ਹਥਿਆਰ ਵਿੱਚ ਇਸਤੇਮਾਲ ਹੋਣ ਵਾਲੇ ਕਾਰਤੂਸਾਂ ਦੀ ਕੀਮਤ ਸੁਣ ਕੇ ਤੁਹਾਡੇ ਹੋਸ਼ ਫਾਖਤਾ ਹੋ ਸਕਦੇ ਨੇ। ਮਿਨੀਮਮ ਸਰ ਰਿਵਾਲਵਰ ਅਰਾਊਂਡ 90000 ਤੋਂ ਸਟਾਰਟ ਹੈ ਜੀ। 90000 ਜੇ ਦੁਨਾਲੀ ਦੀ ਅਸੀਂ ਗੱਲ ਕਰ ਲਈ, ਦਨਾਲੀ ਸਰ ਅੱਜ ਕੱਲ ਆਊਟ ਆਫ ਟ੍ਰੈਂਡ ਹੋ ਗਈ ਹੈ, ਕੋਈ ਜ਼ਿਆਦਾ ਵੈਲਿਊ ਨਹੀਂ ਰਹੀ। ਅਪਰੋਕਸੀਮੇਟ 15000 ਤੋਂ ਸਟਾਰਟ ਹੋ ਜਾਂਦੀ ਹੈ। 15000 ਤੋਂ ਸਟਾਰਟ ਹੁੰਦੀ ਹੈ। ਕਾਰਟੇਜ ਸਰ ਤਕਰੀਬਨ 0.22 ਦਾ ਅਰਾਊਂਡ 25 ਰੁਪਏ ਤੋਂ ਸਟਾਰਟ ਹੋ ਜਾਂਦਾ ਇੰਪੋਰਟਡ ਕਾਰਟੇਜ। ਠੀਕ ਹੈ। ਤੇ ਓਰਡੀਨੈਂਸ ਦਾ ਅਰਾਊਂਡ 60-70 ਰੁਪਏ ਤੋਂ ਕਾਰਟੇਜ ਸਟਾਰਟ ਹੋ ਜਾਂਦਾ ਜੀ। ਤੇ ਇਸ ਹਿਸਾਬ ਨਾਲ ਇੰਪੋਰਟਡ ਕਾਰਟੇਜ ਆਉਂਦੇ ਨੇ, ਕੋਈ 200-300 ਦੀ ਰੇਂਜ 3006 ਰਾਈਫਲ ਦੇ ਨੇ, ਅਲੱਗ-ਅਲੱਗ ਕੈਟਾਗਰੀ ਦੇ ਕਾਰਟੇਜ ਨੇ। ਸੋ ਸੁਣਿਆ ਤੁਸੀਂ, ਹਥਿਆਰ ਖਰੀਦਣਾ ਤੇ ਰੱਖਣਾ ਓਨਾ ਸੌਖਾ ਨਹੀਂ ਜਿੰਨਾ ਤੁਸੀਂ ਸੋਚ ਰਹੇ ਹੋ। ਲਾਇਸੈਂਸ ਹਾਸਲ ਕਰਨ ਤੋਂ ਵੱਖ ਹਥਿਆਰਾਂ ਨੂੰ ਰੱਖਣ ਦਾ ਖਰਚਾ ਆਪਣੇ ਆਪ ਵਿੱਚ ਇੰਨਾ ਜ਼ਿਆਦਾ ਹੈ ਕਿ ਆਮ ਲੋਕ ਹਥਿਆਰ ਰੱਖਣਾ ਤਾਂ ਦੂਰ, ਇਸ ਬਾਰੇ ਸੋਚਣ ਵੀ ਨਾ। ਮੋਹਾਲੀ ਤੋਂ ਮਨੋਜ ਰਾਠੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਉਧਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ ਤੇ ਇਸ ਦੇ ਲਈ ਪੰਥਕ ਪਾਰਟੀਆਂ ਦਾ ਸਹਿਯੋਗ ਲੈਣਗੇ। ਸਿਮਰਨਜੀਤ ਸਿੰਘ ਮਾਨ ਨੇ ਨਿਊਜ਼ 18 ਪੰਜਾਬ ਤੇ ਬਿਆਨ ਦਿੱਤਾ ਹੈ, ਕਿਹਾ ਹੈ ਕਿ ਸਾਰੀਆਂ ਪੰਥਕ ਪਾਰਟੀਆਂ ਤੋਂ ਸਹਿਯੋਗ ਮੰਗਾਂਗੇ, ਅਕਾਲੀ ਦਲ ਸੰਯੁਕਤ ਤੋਂ ਵੀ ਸਹਿਯੋਗ ਮੰਗਾਂਗੇ। ਸੰਗਰੂਰ ਦੇ ਵਿੱਚ ਲੋਕ ਸਭਾ ਦੀ ਜ਼ਿਮਨੀ ਚੋਣ ਹੋਣੀ ਹੈ। ਸਾਡੇ ਸਹਿਯੋਗੀ ਅਮਨ ਭਾਰਦਵਾਜ ਨੇ ਸਿਮਰਨਜੀਤ ਸਿੰਘ ਮਾਨ ਨਾਲ ਖਾਸ ਗੱਲਬਾਤ ਕੀਤੀ ਹੈ। ਵੇਖੋ ਇਹ ਰਿਪੋਰਟ। ਇਹ ਸਾਡੀ ਪਾਰਟੀ ਨੇ ਅੱਜ ਸਟੇਟਮੈਂਟ ਦਿੱਤੀ ਹੈ ਜੀ, ਤੇ ਜੇ ਸਟੇਟਮੈਂਟ ਦਿੱਤੀ ਹੈ, ਮੈਂ ਪਾਰਟੀ ਦਾ ਹੁਕਮ ਤਾਂ ਮੈਨੂੰ ਮੰਨਣਾ ਹੀ ਪਊਗਾ ਨਾ। ਮੈਂ ਸਮਝਦਾ ਕਿ ਅਕਾਲੀ ਕੈਂਡੀਡੇਟ ਪਾਰਲੀਮੈਂਟ ਦੇ ਵਿੱਚ ਜਾਣਾ ਚਾਹੀਦਾ ਪੰਥਕ, ਕਿਉਂ ਕਰਕੇ ਪਿਛਲੀ ਵਾਰੀ ਬਹੁਤ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਭੇਜੀ ਹੈ ਜੀ, ਤੇ ਹੁਣ ਅਗਲਾ ਵੀ ਆਮ ਪਾਰਟੀ ਦਾ ਰਾਜ ਸਭਾ ਦੇ ਵਿੱਚ ਜਾ ਰਿਹਾ ਹੈ ਜੀ, ਤੇ ਪੰਥ ਵੱਲੋਂ ਕਲੈਕਟਿਵਲੀ ਇੱਕ ਕੈਂਡੀਡੇਟ ਪਾਰਲੀਮੈਂਟ ਦੇ ਵਿੱਚ ਪਹੁੰਚਣਾ ਚਾਹੀਦਾ ਹੈ। ਜਿਹੜੇ ਇਸ਼ੂਜ਼ ਹੈਗੇ ਆ ਪੰਥ ਦੇ ਪੰਜਾਬ ਦੇ ਜੀ, ਉਹ ਪਾਰਲੀਮੈਂਟ ਦੇ ਵਿੱਚ ਗੂੰਜਣੇ ਚਾਹੀਦੇ ਹੈ, ਜੋ ਕਿ ਸਾਨੂੰ 1984 ਤੋਂ ਬਾਅਦ ਸਾਨੂੰ ਇਨਸਾਫ ਨਹੀਂ ਮਿਲਿਆ ਹੈ। ਤੁਸੀਂ ਮੰਨਦੇ ਹੋ ਕਿ ਅਕਾਲੀ ਦਲ ਨੂੰ, ਜਿਵੇਂ ਅਕਾਲੀ ਦਲ ਹੈ, ਅਕਾਲੀ ਦਲ ਸੰਯੁਕਤ ਐਸਾ ਵੀ ਅਕਾਲੀ ਦਲ ਨੂੰ ਤੁਹਾਨੂੰ ਸਪੋਰਟ ਕਰਨੀ ਚਾਹੀਦੀ ਹੈ? ਮੈਂ ਤਾਂ ਸਾਰਿਆਂ ਦੀ ਸਪੋਰਟ ਲਊਂਗਾ ਅਮਨ ਜੀ। ਹੁਣ ਬਗੈਰ ਮੰਗਣ ਤੋਂ ਤਾਂ ਕੋਈ ਦਿੰਦਾ ਨਹੀਂ ਹੁੰਦਾ। ਜਿਹੜਾ ਮੰਗਤਾ ਹੁੰਦਾ ਹੈ ਉਹ ਤੁਹਾਡੀ ਕਾਰ ਕੋਲ ਜਾ ਕੇ ਹੱਥ ਫੈਲਾ ਦਿੰਦਾ ਹੈ, ਤੇ ਸਾਰਿਆਂ ਤੋਂ ਮੈਨੂੰ ਤਾਂ ਹੈਲਪ ਮੰਗਣੀ ਪਊਗੀ। ਉਧਰ ਰੋਪੜ ਦੀ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਬਲਬੀਰ ਨੂੰ ਝਟਕਾ ਦਿੱਤਾ ਹੈ। ਜ਼ਮੀਨੀ ਵਿਵਾਦ ਦੇ ਮਾਮਲੇ ਦੇ ਵਿੱਚ ਵਿਧਾਇਕ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਡਾਕਟਰ ਬਲਬੀਰ ਨੇ ਇਸ ਕੇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਤੇ ਸੈਸ਼ਨ ਕੋਰਟ ਦੇ ਵਿੱਚ ਸਜ਼ਾ ਵਾਲੇ ਫੈਸਲੇ ਨੂੰ ਚੁਣੌਤੀ ਦੇਣ ਦੀ ਗੱਲ ਕਹੀ ਹੈ। ਪਟਿਆਲਾ ਦਿਹਾਤੀ ਤੋਂ ਆਪ ਵਿਧਾਇਕ ਡਾਕਟਰ ਬਲਬੀਰ ਸਿੰਘ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਰੋਪੜ ਦੀ ਅਦਾਲਤ ਨੇ ਵਿਧਾਇਕ ਨੂੰ ਵੱਡਾ ਝਟਕਾ ਦਿੱਤਾ ਹੈ। 2011 ਦੇ ਕੁੱਟਮਾਰ ਦੇ ਮਾਮਲੇ 'ਚ ਅਦਾਲਤ ਨੇ ਡਾਕਟਰ ਬਲਬੀਰ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ ਤੇ 5000 ਰੁਪਏ ਦਾ ਜੁਰਮਾਨਾ ਲਗਾਇਆ। ਉੱਥੇ ਵਿਧਾਇਕ ਦੀ ਪਤਨੀ ਤੇ ਬੇਟੇ ਨੂੰ ਵੀ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਮੌਕੇ ਤੇ ਵਿਧਾਇਕ ਵੱਲੋਂ ਜ਼ਮਾਨਤ ਭਰੀ ਗਈ ਤੇ ਅਦਾਲਤ ਨੇ ਵਿਧਾਇਕ ਬਲਬੀਰ ਨੂੰ ਜ਼ਮਾਨਤ ਵੀ ਦੇ ਦਿੱਤੀ ਹੈ। ਇੱਕ ਮਾਰ ਕਟਾਈ ਦਾ ਮੁਕੱਦਮਾ, ਜਿਸ ਵਿੱਚ ਇੱਕ ਪਾਸਿਓਂ ਪਰਮਜੀਤ ਕੌਰ ਤੇ ਉਹਨਾਂ ਦੇ ਪਤੀ ਸਰਦਾਰ ਮੇਵਾ ਸਿੰਘ ਵਿੰਗ ਕਮਾਂਡਰ ਦੋਸ਼ੀ ਸਨ, ਦੂਸਰੇ ਪਾਸੇ ਡਾਕਟਰ ਬਲਬੀਰ ਸਿੰਘ MLA ਸਾਹਿਬ ਔਰ ਉਹਨਾਂ ਦੀ ਪਤਨੀ ਬੀਬੀ ਰੁਪਿੰਦਰਜੀਤ ਕੌਰ ਸੈਣੀ ਤੇ ਉਹਨਾਂ ਦਾ ਪੁੱਤਰ ਰਾਹੁਲ ਤੇ ਇੱਕ ਹੋਰ ਬੰਦਾ ਪਰਮਿੰਦਰ ਸਿੰਘ ਦੋਸ਼ੀ ਸਨ। ਪਰਮਜੀਤ ਕੌਰ ਮੇਵਾ ਸਿੰਘ ਨੂੰ ਮਾਨਯੋਗ ਅਦਾਲਤ ਨੇ ਤੱਥਾਂ ਦੀ ਬਿਨਾਂ ਤੇ ਬਰੀ ਕਰ ਦਿੱਤਾ ਤੇ ਡਾਕਟਰ ਬਲਬੀਰ ਸਿੰਘ ਤੇ ਉਹਨਾਂ ਦੇ ਬਾਕੀ ਦੋਸ਼ੀਆਂ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਦੇ ਦਿੱਤੀ। ਉਧਰ ਡਾਕਟਰ ਬਲਬੀਰ ਨੇ ਇਸ ਕੇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਤੇ ਸੈਸ਼ਨ ਕੋਰਟ ਦੇ ਵਿੱਚ ਜਾਣ ਦੀ ਗੱਲ ਕਹੀ ਹੈ। ਦੇਖੋ, ਪੋਲੀਟੀਕਲੀ ਮੋਟੀਵੇਟਡ ਇਸ ਤਰ੍ਹਾਂ ਸੀਗਾ ਵੀ ਇਹਨਾਂ ਦੇ ਇੱਕ ਤਾਂ ਜਿਹੜੇ ਮਤਲਬ ਰਿਸ਼ਤੇਦਾਰ ਸੀਗੇ, ਅਸੀਂ ਉਹ ਵਾਲਾ ਟਾਈਮ ਸੀ ਜਦੋਂ ਅਸੀਂ ਪੋਲੀਟੀਕਲ ਜਿੰਨੀਆਂ ਵੀ ਫੋਰਸਸ ਸੀਗੀਆਂ ਉਹਨਾਂ ਨੂੰ ਚੈਲੰਜ ਕਰਨਾ ਮਤਲਬ ਸ਼ੁਰੂ ਕੀਤਾ ਸੀਗਾ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ, ਅਸੀਂ ਪਹਿਲਾਂ ਜਿਹੜੇ ਬਹੁਤ ਹੀ ਇੰਪੋਰਟੈਂਟ ਕਾਂਗਰਸ ਦੇ ਜਿਹੜੇ ਲੀਡਰ ਸੀ ਉਹਨਾਂ ਨੂੰ ਹਰਾਇਆ। ਇਸ ਵਾਰੀ ਮੈਂ ਜਿਹੜਾ ਇੱਕ ਸਿਟਿੰਗ ਮੰਤਰੀ ਸੀ ਉਹਦੇ ਬੇਟੇ ਨੂੰ ਹਰਾਇਆ। ਕੈਪਟਨ ਸਾਹਿਬ ਇਲੈਕਸ਼ਨ ਆ ਰਿਹਾ। ਸੋ ਜਿਹੜਾ ਵੀ ਆਮ ਆਦਮੀ ਪਾਰਟੀ ਨਾਲ ਰਿਲੇਟਡ ਹੈ ਉਹਨੂੰ ਜਿਸ ਤਰ੍ਹਾਂ ਵੀ ਮਤਲਬ ਦਿੱਲੀ 'ਚ ਸਾਡੇ MLAs ਤੇ ਕਿੰਨੇ ਕੇਸ ਹੋਇਆ।
ਸੋ ਸਾਨੂੰ ਉੱਥੇ ਵੀ ਐਮਐਲਏ ਨੂੰ ਇਨਸਾਫ ਮਿਲਿਆ, ਮੈਨੂੰ ਵੀ ਇਨਸਾਫ ਮਿਲੇਗਾ। ਅਸੀਂ ਜਿਹੜੀਆਂ ਸਾਡੇ ਕੋਲ ਹਾਇਰ ਕੋਰਟਸ ਹੈਗੀਆਂ, ਅਸੀਂ ਆਪਣਾ ਜਿਹੜੀਆਂ ਜੁਡੀਸ਼ੀਅਲ ਰੈਮਡੀਜ਼ ਅਵੇਲ ਕਰਾਂਗੇ। ਪੂਰਾ ਮਾਮਲਾ ਹੈ ਕਿ ਤੁਹਾਨੂੰ ਇਸ ਤੋਂ ਵੀ ਵਾਕਿਫ ਕਰਵਾ ਦਿੰਦੇ ਹਾਂ। ਪੂਰਾ ਵਿਵਾਦ ਭੈਣ ਭਰਾਵਾਂ ਦੇ ਜ਼ਮੀਨੀ ਵਿਵਾਦ ਦੇ ਨਾਲ ਜੁੜਿਆ ਹੋਇਆ ਹੈ। ਮਾਮਲਾ ਚਮਕੌਰ ਸਾਹਿਬ ਦੇ ਟਿੱਪਰਾ ਦਿਆਲ ਸਿੰਘ ਵਾਲਾ ਪਿੰਡ ਦਾ ਹੈ। ਦਰਅਸਲ ਵਿਧਾਇਕ ਦੀ ਪਤਨੀ ਤੇ ਸਾਲੀ ਦੇ ਵਿਚਕਾਰ ਝਗੜਾ ਹੈ। 109 ਵਿਗੇ ਜ਼ਮੀਨ ਜਿਸ ਦੀ ਵੰਡ ਹੋ ਚੁੱਕੀ ਸੀ। ਦੋਵੇਂ ਧਿਰਾਂ ਆਪੋ ਆਪਣੀ ਜ਼ਮੀਨ ਨੂੰ ਪਾਣੀ ਲਗਾਉਂਦੀਆਂ ਸਨ ਤੇ ਖੇਤਾਂ ਨੂੰ ਪਾਣੀ ਲਗਾਉਣ ਨੂੰ ਲੈ ਕੇ ਹੀ ਝਗੜਾ ਹੋਇਆ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਵਿਧਾਇਕ ਨੇ ਜ਼ਮੀਨ ਦੱਬਣ ਦੀ ਕੋਸ਼ਿਸ਼ ਕੀਤੀ। ਸ਼ਿਕਾਇਤਕਰਤਾ ਵੱਲੋਂ ਕੁੱਟਮਾਰ ਦੇ ਵੀ ਦੋਸ਼ ਲਗਾਏ ਗਏ। 13 ਜੂਨ 2011 ਨੂੰ ਵਿਧਾਇਕ ਦੀ ਸਾਲੀ ਤੇ ਸਾਡੂ ਵੱਲੋਂ ਕੇਸ ਦਰਜ ਕਰਵਾਇਆ ਗਿਆ। ਬੇਸ਼ੱਕ ਵਿਧਾਇਕ ਬਲਬੀਰ ਨੂੰ ਜ਼ਮਾਨਤ ਮਿਲ ਚੁੱਕੀ ਹੈ, ਪਰ ਮੁਸ਼ਕਲਾਂ ਅਜੇ ਵੀ ਖਤਮ ਨਹੀਂ ਹੋਈਆਂ। ਜੇ ਕੋਰਟ ਤੋਂ ਸਜ਼ਾ ਨੂੰ ਲੈ ਕੇ ਰਾਹਤ ਨਹੀਂ ਮਿਲਦੀ ਤਾਂ ਵਿਧਾਇਕੀ ਵੀ ਖਤਰੇ ਵਿੱਚ ਪੈ ਸਕਦੀ ਹੈ। ਰੋਪੜ ਤੋਂ ਅਵਤਾਰ ਕੰਬੋਜ, ਨਿਊਜ਼ 18 ਪੰਜਾਬ। ਜੇਲ੍ਹ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੱਲ ਫਿਰ ਤੋਂ ਮੀਡੀਆ ਦੇ ਕੈਮਰਿਆਂ ਦੇ ਵਿੱਚ ਕੈਦ ਹੋਏ। ਸਿੱਧੂ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਂਦੇ ਗਏ ਸਨ, ਜਿੱਥੇ ਉਹਨਾਂ ਦੇ ਮੈਡੀਕਲ ਟੈਸਟ ਹੋਏ ਨੇ। ਸ਼ੁੱਕਰਵਾਰ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਪਹੁੰਚੇ ਸਿੱਧੂ ਨੂੰ ਸੋਮਵਾਰ ਭਾਰੀ ਪੁਲਿਸ ਫੋਰਸ ਦੇ ਪਹਿਰੇ ਹੇਠ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਂਦਾ ਗਿਆ। ਕੋਰਟ ਦੇ ਹੁਕਮਾਂ ਤੇ ਸਿੱਧੂ ਦੇ ਮੈਡੀਕਲ ਟੈਸਟ ਕਰਵਾਏ ਗਏ। 3 ਡਾਕਟਰਾਂ ਦੇ ਬੋਰਡ ਨੇ ਸਿੱਧੂ ਦੇ ਟੈਸਟ ਕੀਤੇ। ਸਿੱਧੂ ਦੇ ਹਾਰਟ, ਲੀਵਰ ਤੇ ਬਲੱਡ ਦੇ ਕੁਝ ਟੈਸਟ ਕੀਤੇ ਗਏ ਨੇ, ਜਿਸ ਦੀ ਰਿਪੋਰਟ ਦੇ ਆਧਾਰ ਤੇ ਡਾਕਟਰ ਸਿੱਧੂ ਦੀ ਡਾਈਟ ਦੀ ਸਿਫਾਰਿਸ਼ ਕਰਨਗੇ। ਹਾਂਜੀ ਕੋਰਟ ਦੇ ਆਰਡਰ ਸੀਗੇ ਜੀ, ਉਹਨਾਂ ਦੇ ਕੁਝ ਟੈਸਟ ਹੋਣੇ ਸੀ ਤੇ ਕੁਝ ਉਹਨਾਂ ਨੂੰ ਜਿਹੜੀਆਂ ਉਹਨਾਂ ਦੇ ਮੁਤਾਬਕ ਰਿਕਾਰਡ ਦੇ ਮੁਤਾਬਕ ਬਿਮਾਰੀਆਂ ਨੇ, ਉਹਨਾਂ ਦੇ ਟੈਸਟ ਤੇ ਉਹਨਾਂ ਨੂੰ ਡਾਈਟ ਰਿਕਮੈਂਡੇਸ਼ਨ ਕਰਨੀ ਸੀ। ਇਸ ਵੇਲੇ ਇਹਨਾਂ ਨੂੰ ਇੱਕ ਡੀਵੀਟੀ ਕਹਿੰਦੇ ਆ ਜੀ, ਡੀ ਵੇਨ ਥ੍ਰੋਮਬੋਸਿਸ, ਉਹਦੀ ਮੇਨ ਇਲਾਜ ਚੱਲ ਰਿਹਾ, ਜਿਹੜਾ ਦਵਾਈਆਂ ਵੀ ਤੇ ਉਹਦੇ ਨਾਲ ਦੀ ਉਹਨੂੰ ਜੋ ਡਾਈਟ ਰਿਕਮੈਂਡ ਆਲਰੇਡੀ ਕੀਤਾ ਹੋਇਆ ਡਾਕਟਰਸ ਨੇ, ਉਹਦੇ ਨਾਲ ਬੇਸਿਕਲੀ ਰਿਲੇਟਡ ਹੈ। ਉਹ ਜਿਗਰ ਦੇ ਟੈਸਟ ਹੋਣੇ ਜੀ, ਦਿਲ ਦੇ ਟੈਸਟ ਹੋਣੇ ਤੇ ਬਲੱਡ ਦੇ ਟੈਸਟ ਹੋਣੇ, ਯੂਰਿਨ ਦੇ ਟੈਸਟ ਹੋਣੇ। ਡਾਕਟਰਾਂ ਵੱਲੋਂ ਤਿਆਰ ਕੀਤੀ ਰਿਪੋਰਟ ਕੋਰਟ ਦੇ ਵਿੱਚ ਪੇਸ਼ ਕੀਤੀ ਜਾਵੇਗੀ ਅਤੇ ਫਿਰ ਕੋਰਟ ਦੇ ਹੁਕਮਾਂ ਦੇ ਮੁਤਾਬਕ ਸਿੱਧੂ ਨੂੰ ਜੇਲ੍ਹ ਦੇ ਅੰਦਰ ਮੈਡੀਕਲ ਤੇ ਡਾਈਟ ਦੀ ਸਹੂਲਤ ਮਿਲੇਗੀ। ਜੋ ਆਨਰੇਬਲ ਸੀਜੀਐਮ ਸਾਹਿਬ ਦਾ ਆਰਡਰ ਸੀਗਾ 21 ਤਰੀਕ ਦਾ, ਉਹਦੀ ਕੰਪਲਾਈਂਸ ਦੇ ਵਿੱਚ ਸਿੱਧੂ ਸਾਹਿਬ ਨੂੰ ਮੈਡੀਕਲ ਸੁਪਰਡੈਂਟ ਸਾਹਿਬ ਦੇ ਆਫਿਸ ਦੇ ਵਿੱਚ ਲੈ ਕੇ ਆਏ ਔਰ ਮੈਡੀਕਲ ਆਫਿਸਰ ਸੁਪਰਡੈਂਟ ਸਾਹਿਬ ਨੇ ਮੈਡੀਕਲ ਆਫਿਸਰ ਦੀ ਇੱਕ ਬੋਰਡ ਕਨਸਟੀਟਿਊਟ ਕਰਕੇ ਉਹਨਾਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕੀਤਾ। ਜੋ ਫੈਸਲਾ ਡਾਕਟਰ ਸਾਹਿਬਾਨ ਨੇ ਕੀਤਾ ਹੈ ਉਹਦੇ ਮੁਤਾਬਕ ਉਹਨਾਂ ਨੂੰ ਰਾਈਟ ਵੀ ਦਿੱਤੀ ਜਾਏਗੀ। ਆਨਰੇਬਲ ਕੋਰਟ ਉਹਦਾ ਫੈਸਲਾ ਕਰੇਗੀ। ਸਿੱਧੂ ਪੁਲਿਸ ਦੀ ਬੱਸ ਵਿੱਚ ਬੈਠ ਕੇ ਰਜਿੰਦਰਾ ਹਸਪਤਾਲ ਪਹੁੰਚੇ। ਸਿੱਧੂ ਨੂੰ ਮਿਲਣ ਦੇ ਲਈ ਕਈ ਸਾਬਕਾ ਵਿਧਾਇਕ ਵੀ ਹਸਪਤਾਲ ਪਹੁੰਚੇ ਹੋਏ ਸਨ। ਹਰਦਿਆਲ ਕੰਬੋਜ, ਕਾਕਾ ਰਜਿੰਦਰ ਸਿੰਘ, ਨਾਜਰ ਸਿੰਘ ਮਾਨਸ਼ਾਹੀਆ। ਸਿੱਧੂ ਤੁਰਦੇ ਤੁਰਦੇ ਸਭ ਨੂੰ ਮਿਲੇ। ਕੋਈ ਸਿੱਧੂ ਦਾ ਹਾਲ ਚਾਲ ਪੁੱਛ ਰਿਹਾ ਸੀ ਤੇ ਕਿਸੇ ਦਾ ਸਿੱਧੂ ਹਾਲ ਚਾਲ ਜਾਣ ਰਹੇ ਸਨ। ਸਿੱਧੂ ਨੇ ਮੈਡੀਕਲ ਆਧਾਰ ਤੇ ਸਰੈਂਡਰ ਕਰਨ ਦੇ ਲਈ ਕੁਝ ਦਿਨ ਦੀ ਮੋਹਲਤ ਲੈਣ ਦੇ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ, ਪਰ ਉਹਨਾਂ ਨੂੰ ਰਾਹਤ ਨਹੀਂ ਮਿਲੀ, ਜਿਸ ਦੇ ਬਾਅਦ ਸਿੱਧੂ ਨੇ ਰੋਡ ਰੇਜ ਮਾਮਲੇ ਦੇ ਵਿੱਚ ਸ਼ੁੱਕਰਵਾਰ ਨੂੰ ਸਰੈਂਡਰ ਕਰ ਦਿੱਤਾ ਸੀ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18। ਪੰਚਾਇਤੀ ਜ਼ਮੀਨਾਂ ਤੇ ਕਬਜ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਛੇੜੀ ਮੁਹਿੰਮ ਨੂੰ ਲੈ ਕੇ ਕੈਬਨਿਟ ਮੰਤਰੀ ਧਾਲੀਵਾਲ ਤੇ 23 ਕਿਸਾਨ ਜਥੇਬੰਦੀਆਂ ਦੇ ਵਿਚਾਲੇ ਮੀਟਿੰਗ ਹੋਈ, ਜਿਸ ਵਿੱਚ ਆਬਾਦਕਾਰ ਕਿਸਾਨਾਂ ਦੇ ਮਸਲੇ ਨਿਬੇੜਨ ਦੇ ਲਈ ਇੱਕ ਸਾਂਝੀ ਕਮੇਟੀ ਬਣਾਉਣ ਦਾ ਫੈਸਲਾ ਹੋਇਆ। ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੀ ਸਰਕਾਰ ਦੀ ਮੁਹਿੰਮ ਜਾਰੀ ਰਹੇਗੀ। ਸਰਕਾਰ ਅਤੇ 23 ਕਿਸਾਨ ਜਥੇਬੰਦੀਆਂ ਦੇ ਵਿਚਾਲੇ ਹੋਈ ਮੀਟਿੰਗ ਦੇ ਵਿੱਚ ਇਸ ਗੱਲ ਤੇ ਸਹਿਮਤੀ ਬਣ ਗਈ, ਪਰ ਛੋਟੇ ਕਿਸਾਨਾਂ, ਮਜ਼ਦੂਰਾਂ ਜਾਂ ਫਿਰ ਆਬਾਦਕਾਰਾਂ ਦੇ ਕੇਸ ਵੱਖਰੇ ਤੌਰ ਤੇ ਵਿਚਾਰੇ ਜਾਣਗੇ। ਇਸ ਦੇ ਲਈ ਇੱਕ 9 ਮੈਂਬਰੀ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਸਰਕਾਰ ਤੇ ਕਿਸਾਨਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਕਿ ਅਸੀਂ ਤੈਅ ਕੀਤਾ ਕਿ ਜਿਹੜੇ ਇਹ ਕਿਸਾਨ ਨੇ ਛੋਟੇ, ਜਿਨ੍ਹਾਂ ਨੇ ਜ਼ਮੀਨਾਂ ਵਾਹੀਯੋਗ ਬਣਾਈਆਂ, ਸਾਰਾ ਕੁਝ ਕੀਤਾ, ਉਹਨਾਂ ਦੇ ਭਵਿੱਖ ਬਾਰੇ ਇੱਕ ਵੱਖਰੀ ਰਣਨੀਤੀ ਜਿਹੜੀ ਤੈਅ ਕਰਾਂਗੇ। ਉਦੋਂ ਦੇ ਵਿੱਚ ਸਾਡੇ ਨਾਲ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਹੋਣਗੇ। ਇੱਕ ਅਸੀਂ 9 ਮੈਂਬਰੀ ਕਮੇਟੀ ਜਿਹੜੀ ਆ ਉਹਦੇ ਲਈ ਗਠਿਤ ਕਰਾਂਗੇ। ਸਾਡੇ ਅਧਿਕਾਰੀ ਹੋਣਗੇ ਤੇ ਕਿਸਾਨ ਲੀਡਰ ਹੋਣਗੇ। ਇਸ ਕਮੇਟੀ ਦੇ ਵਿੱਚ 5 ਮੈਂਬਰ ਕਿਸਾਨਾਂ ਦੇ ਹੋਣਗੇ ਅਤੇ ਇਹ ਕਮੇਟੀ ਮੁੱਖ ਰੂਪ ਦੇ ਵਿੱਚ ਇਹ ਤੈਅ ਕਰੇਗੀ ਕਿ ਸ਼ਾਮਲਾਟ ਜ਼ਮੀਨਾਂ ਦੇ ਵਿੱਚੋਂ ਕਿਹੜੀ ਜ਼ਮੀਨ ਸਰਕਾਰੀ ਹੈ ਅਤੇ ਕਿਹੜੀ ਜ਼ਮੀਨ ਕਿਸਾਨਾਂ ਦੇ ਹਿੱਸਿਆਂ ਵਿੱਚੋਂ ਕੱਟ ਕੇ ਬਣੀ ਹੈ। ਕਮੇਟੀ ਤੈਅ ਕਰੂਗੀ ਕਿ ਜੇ ਪੰਚਾਇਤੀ ਰਾਜ ਐਕਟ ਦੇ ਅਨੁਸਾਰ ਉਹਨਾਂ
ਕਿਸਾਨਾਂ ਦਾ, ਉਹਨਾਂ ਗਰੀਬ ਕਿਸਾਨਾਂ ਦਾ ਜੇ ਮਸਲਾ ਹੱਲ ਹੋ ਗਿਆ ਤੇ ਬਿਲਕੁਲ ਸਹੀ ਆ, ਠੀਕ ਹੈ। ਜੇ ਨਾ ਹੋਇਆ ਤੇ ਅਸੀਂ ਇਹਨਾਂ ਗਰੀਬ ਲੋਕਾਂ ਦੇ ਲਈ ਜਿਹੜੇ ਇੰਨੀ ਮਿਹਨਤ ਕਰਦੇ ਆ, ਉਹਨਾਂ ਗਰੀਬ ਲੋਕਾਂ ਲਈ ਇਹਨੂੰ ਜਿਹੜਾ ਆਪਾਂ ਵਿਧਾਨ ਸਭਾ 'ਚ ਵੀ ਖੜ ਸਕਦੇ ਆ, ਵਿਧਾਨ ਸਭਾ 'ਚ ਵੀ ਜਿਹੜਾ ਬਚਾ ਸਕਦੇ ਆ। ਇਸ ਕਮੇਟੀ ਦੀ ਪਹਿਲੀ ਮੀਟਿੰਗ ਇਸੇ ਹਫਤੇ ਹੋਵੇਗੀ, ਜਿਸ ਵਿੱਚ ਛੋਟੇ ਕਿਸਾਨਾਂ ਦੇ ਮਸਲੇ ਵਿਚਾਰੇ ਜਾਣਗੇ ਕਿ ਕਿਵੇਂ ਉਹਨਾਂ ਨੂੰ ਪੰਚਾਇਤੀ ਰਾਜ ਐਕਟ ਦੇ ਤਹਿਤ ਮਾਲਕਾਨਾ ਹੱਕ ਦਿੱਤੇ ਜਾ ਸਕਦੇ ਨੇ, ਤੇ ਜੇਕਰ ਕਮੇਟੀ ਇਹਨਾਂ ਮਸਲਿਆਂ ਦਾ ਕੋਈ ਹੱਲ ਨਾ ਕਰ ਸਕੀ ਤਾਂ ਫਿਰ ਵਿਧਾਨ ਸਭਾ ਦਾ ਇਜਲਾਸ ਵੀ ਬੁਲਾਇਆ ਜਾ ਸਕਦਾ ਹੈ। 9 ਮੈਂਬਰਾਂ ਦੀ ਕਮੇਟੀ ਹੋਏਗੀ, ਜਿਹਦੇ ਵਿੱਚ 5 ਅਸੀਂ ਕਿਸਾਨ ਆਗੂ ਤੇ ਨਾਲ ਸਾਡੇ ਲੀਗਲ ਐਡਵਾਈਜ਼ਰ 1-2 ਵਕੀਲ ਲਵਾਂਗੇ, ਤਾਂ ਕਿ ਕਿਸੇ ਥਾਂ ਦੇ ਉੱਤੇ ਵੀ ਕੋਈ ਸਾਡੇ ਕਿਸਾਨਾਂ ਨੂੰ ਮਾਰ ਨਾ ਪਵੇ। ਔਰ ਉਹ ਕਮੇਟੀ ਨੇ ਇਹੀ ਤੈਅ ਕਰਨਾ ਹੈ ਕਿ ਕਿਹੜੀਆਂ ਜ਼ਮੀਨਾਂ ਕਿਸਾਨਾਂ ਦੀਆਂ ਨੇ ਤੇ ਕਿਹੜੀਆਂ ਜ਼ਮੀਨਾਂ ਸਰਕਾਰੀ ਨੇ। ਤੇ ਜਦੋਂ ਸਰਕਾਰੀ ਤੇ ਕਿਸਾਨਾਂ ਵਾਲੀ ਜ਼ਮੀਨ ਨੂੰ ਕਮੇਟੀ ਨੇ ਸਾਫ਼ ਕਰ ਲਿਆ, ਉਸ ਤੋਂ ਬਾਅਦ ਫਿਰ ਮੇਰਾ ਖਿਆਲ ਹੈ ਇਹ ਕਲੀਅਰ ਹੋ ਜਾਂਦਾ ਕਿ ਕਿਸਾਨ ਕਿੰਨੀ ਜ਼ਮੀਨ ਤੇ ਕਾਬਜ਼ ਹੈ, ਉਹਦਾ ਫਿਰ ਕੋਈ ਸਵਾਲ ਹੀ ਨਹੀਂ ਰਹਿੰਦਾ। ਜਿਹੜੇ ਕਿਸਾਨ ਦਾ ਕਬਜ਼ਾ ਛਡਾਉਣਾ, ਉਹਦੀ ਇਹ ਕੈਟੇਗਰੀ ਤੈਅ ਕਰਨੀ ਹੈ ਉਸ ਕਮੇਟੀ ਨੇ ਕਿ ਇਹ ਕਿਸਾਨਾਂ ਦੀ ਵੰਡ ਵਾਲੀ ਜ਼ਮੀਨ ਹੈ, ਤਾਂ ਉਹਦੇ ਤੇ ਭਾਵੇਂ 5 ਏਕੜ ਦੇ ਉੱਤੇ ਕਿਸਾਨ ਮਾਲਕ ਆ, ਭਾਵੇਂ 6 ਏਕੜ ਦੇ ਉੱਤੇ ਵਾਹ ਖੇਤੀ ਕਰ ਰਿਹਾ, ਭਾਵੇਂ ਜੋ ਵੀ ਹੈ, ਉਹ ਸਾਰਿਆਂ ਦੀ ਖਾਤਰ ਅਸੀਂ ਲੜ ਰਹੇ ਹਾਂ ਤੇ ਲੜਾਂਗੇ। ਇਸ ਤੋਂ ਇਲਾਵਾ ਕੁਝ ਹੋਰ ਮੰਗਾਂ ਤੇ ਵੀ ਸਹਿਮਤੀ ਬਣੀ ਹੈ। ਕਿਸੇ ਵੀ ਗਰੀਬ ਕਿਸਾਨ ਜਾਂ ਮਜ਼ਦੂਰ ਦਾ ਸ਼ਾਮਲਾਟ ਤੇ ਬਣਿਆ ਘਰ ਨਹੀਂ ਢਾਇਆ ਜਾਵੇਗਾ। ਕੋਈ ਵੀ ਕਬਜ਼ਾ ਛੁਡਵਾਉਣ ਤੋਂ ਪਹਿਲਾਂ ਸਰਕਾਰ 15 ਦਿਨ ਦਾ ਨੋਟਿਸ ਦੇਵੇਗੀ, ਜੋ ਪਹਿਲਾਂ 7 ਦਿਨ ਦਾ ਸੀ। ਬਿਨਾਂ ਖਰਚੇ ਕਬਜ਼ਾ ਛੱਡਣ ਦੀ ਤਰੀਕ 1 ਮਹੀਨਾ ਵਧਾ ਕੇ 31 ਮਈ ਤੋਂ 30 ਜੂਨ ਕਰ ਦਿੱਤੀ ਗਈ ਹੈ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18। ਹੁਣ ਗੱਲ ਇੱਕ ਆਈਪੀਐਸ ਅਧਿਕਾਰੀ ਦੀ, ਜਿਸ ਦੇ ਸਿਆਸੀ ਫਿਜ਼ਾਵਾਂ ਦੇ ਵਿੱਚ ਖੂਬ ਚਰਚੇ ਹੋ ਰਹੇ ਨੇ ਤੇ ਇਸ ਚਰਚਾ ਦੀ ਵਜ੍ਹਾ ਬਣੀ ਹੈ ਐਸਐਸਪੀ ਦੇ ਵੱਲੋਂ ਸੀਐਮ ਭਗਵੰਤ ਮਾਨ ਦੀ ਕੀਤੀ ਜੈ ਜੈਕਾਰ। ਬਸ ਐਸਐਸਪੀ ਦੇ ਵੱਲੋਂ ਸਿਆਸੀ ਕਸੀਦੇ ਪੜਨ ਦੀ ਦੇਰੀ ਸੀ ਕਿ ਵਿਰੋਧੀ ਪਾਰਟੀਆਂ ਨੇ ਵੀ ਘੇਰਾ ਪਾ ਲਿਆ ਤੇ ਇਸ ਜੈ ਜੈਕਾਰ ਨੂੰ ਸਿੱਧਾ ਸੰਗਰੂਰ ਜ਼ਿਮਨੀ ਚੋਣ ਦੇ ਨਾਲ ਹੀ ਜੋੜ ਦਿੱਤਾ। ਸਰਦਾਰ ਭਗਵੰਤ ਸਿੰਘ ਮਾਨ ਦੀ, ਸਰਦਾਰ ਭਗਵੰਤ ਸਿੰਘ ਮਾਨ ਦੀ। ਇਹਨੇ ਸੰਗਰੂਰ ਦੇ ਐਸਐਸਪੀ ਮਨਦੀਪ ਸਿੱਧੂ। ਵੈਸੇ ਤਾਂ ਆਈਪੀਐਸ ਅਧਿਕਾਰੀ ਦਾ ਕੰਮ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਹੁੰਦਾ ਹੈ, ਕਾਨੂੰਨ ਵਿਵਸਥਾ ਨੂੰ ਕੰਟਰੋਲ 'ਚ ਕਰਨਾ ਹੁੰਦਾ ਹੈ, ਪ੍ਰੋਟੋਕਾਲ ਦੇ ਮੁਤਾਬਿਕ ਸਿਆਸਤ ਤੋਂ ਦੂਰ ਰਹਿਣਾ ਹੁੰਦਾ ਹੈ, ਪਰ ਇੱਥੇ ਤਾਂ ਐਸਐਸਪੀ ਦਾ ਕੁਝ ਵੱਖਰਾ ਹੀ ਰੂਪ ਨਜ਼ਰ ਆਇਆ। ਇਹਨਾਂ ਬੋਲਾਂ ਤੋਂ ਐਸਐਸਪੀ ਘੱਟ ਤੇ ਸਿਆਸੀ ਬੁਲਾਰੇ ਜ਼ਿਆਦਾ ਨਜ਼ਰ ਆ ਰਹੇ ਨੇ। ਦਿਨ ਸੀ ਐਤਵਾਰ ਦਾ ਤੇ ਸਮਾਂ ਸੀ ਸਵੇਰ ਦਾ, ਜਦੋਂ ਸੀਐਮ ਭਗਵੰਤ ਮਾਨ ਸੰਗਰੂਰ ਦੇ ਵਿੱਚ ਸਾਈਕਲ ਰੈਲੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹੋਏ ਸਨ, ਤਾਂ ਬੁਲਾਰਿਆਂ ਦੇ ਲਈ ਮੰਚ ਸੱਜਿਆ ਹੋਇਆ ਸੀ ਤੇ ਜਦੋਂ ਬੋਲਣ ਦੀ ਵਾਰੀ ਐਸਐਸਪੀ ਦੀ ਆਈ ਤਾਂ ਸਾਹਮਣੇ ਸੀਐਮ ਭਗਵੰਤ ਮਾਨ ਬੈਠੇ ਹੋਏ ਸਨ। ਬਸ ਫਿਰ ਕੀ ਸੀ, ਐਸਐਸਪੀ ਸਾਹਿਬ ਨੇ ਸੀਐਮ ਮਾਨ ਦੀ ਜੈ ਜੈਕਾਰ ਕਰਨੀ ਸ਼ੁਰੂ ਕਰ ਦਿੱਤੀ। ਸਰਦਾਰ ਭਗਵੰਤ ਸਿੰਘ ਮਾਨ ਦੀ, ਸਰਦਾਰ ਭਗਵੰਤ ਸਿੰਘ ਮਾਨ ਦੀ। ਐਸਐਸਪੀ ਵੱਲੋਂ ਸੀਐਮ ਦੀ ਜੈ ਜੈਕਾਰ ਕਰਨ ਦੀ ਦੇਰੀ ਸੀ ਕਿ ਇਸ ਦੀ ਗੂੰਜ ਸਿਆਸੀ ਗਲਿਆਰਿਆਂ ਤੱਕ ਵੀ ਪਹੁੰਚ ਗਈ। ਸਰਕਾਰ ਦੇ ਨਾਲ-ਨਾਲ ਐਸਐਸਪੀ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਟਵੀਟ ਕਰਦੇ ਲਿਖਿਆ ਕਿ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਨਵੇਂ ਉਮੀਦਵਾਰ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਨਦੀਪ ਸਿੱਧੂ। ਮੈਂ ਕਨਫਿਊਜ਼ ਹਾਂ ਕਿਉਂਕਿ ਅਜੇ ਵੀ ਸੰਗਰੂਰ ਪੁਲਿਸ ਦੇ ਵਿੱਚ ਐਸਐਸਪੀ ਨੇ ਤੇ ਪੰਜਾਬ ਪੁਲਿਸ ਦੇ ਕੋਡ ਆਫ ਕੰਡਕਟ ਦੇ ਵਿੱਚ ਬੰਨੇ ਹੋਏ ਨੇ। ਜੈ ਹੋ। ਜਿੱਥੇ ਤੱਕ ਆਈਪੀਐਸ ਐਸੋਸੀਏਸ਼ਨ ਦਾ ਸਬੰਧ ਹੈ, ਇਹੀ ਨਵਾਂ ਬਦਲਾਅ ਹੈ। ਤੇ ਜਦੋਂ ਇਸ ਬਾਰੇ ਸਵਾਲ ਆਮ ਆਦਮੀ ਪਾਰਟੀ ਨੂੰ ਹੋਇਆ ਤਾਂ ਆਪ ਆਗੂ ਮਲਵਿੰਦਰ ਕੰਗ ਨੇ ਖੁਦ ਨੂੰ ਇਸ ਜੈ ਜੈਕਾਰ ਤੋਂ ਅਣਜਾਣ ਦੱਸ ਦਿੱਤਾ। ਮੈਂ ਤੇ ਕੋਈ ਵੀਡੀਓ ਦੇਖੀ ਨਹੀਂ। ਬਾਕੀ ਇਹ ਹੈ ਮੁੱਖ ਮੰਤਰੀ ਜੀ ਦੀ ਜੈ ਜੈਕਾਰ ਤਾਂ ਸਾਰਾ ਦੇਸ਼ ਪੰਜਾਬ ਹੀ ਕਰ ਰਿਹਾ ਹੈ। ਜਿਸ ਤਰੀਕੇ ਨਾਲ ਲੋਕਾਂ ਵਾਸਤੇ ਲੋਕ ਹਿਤੈਸ਼ੀ ਫੈਸਲੇ ਉਹ ਲੈ ਰਹੇ ਆ। ਕਾਂਗਰਸ ਨੇ ਤਾਂ ਐਸਐਸਪੀ ਵੱਲੋਂ ਕੀਤੀ ਜੈ ਜੈਕਾਰ ਨੂੰ ਸਿੱਧਾ ਸੰਗਰੂਰ ਜ਼ਿਮਨੀ ਚੋਣ ਦੇ ਨਾਲ ਹੀ ਜੋੜ ਦਿੱਤਾ ਤੇ ਵੱਡਾ ਸਵਾਲ ਇਹੀ ਹੈ ਕਿ ਜਦੋਂ ਸਮਾਗਮ ਦਾ ਸਥਾਨ ਸੰਗਰੂਰ ਹੋਵੇ ਤੇ ਜ਼ਿਮਨੀ ਚੋਣ ਦੇ ਲਈ ਉਮੀਦਵਾਰ ਦੀ ਤਲਾਸ਼ ਵੀ ਚੱਲ ਰਹੀ ਹੋਵੇ ਤਾਂ ਇਸ ਦੌਰਾਨ ਹੀ ਇੱਕ ਆਈਪੀਐਸ ਅਧਿਕਾਰੀ ਵੱਲੋਂ ਸਿਆਸੀ ਕਸੀਦੇ ਪੜ੍ਹੇ ਜਾਣ ਤਾਂ ਫਿਰ ਸਵਾਲ ਤਾਂ ਜ਼ਰੂਰ ਖੜੇ ਹੁੰਦੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।